और मुख्तलिफ मुख्तलिफ क्रिमिनल इन्वेस्टिगेशन चल रहा है कनाडा विच। तो जब आरसीएमपी ने इंडियन गवर्नमेंट इंडियन हाई कमीशन से इजाज़त मांगा कि उनके डिप्लोमेट से बात करने के लिए इस इन्वेस्टिगेशन के लिए, मगर डिप्लोमेट कह रहे कि हम इस मामले में बात नहीं करेंगे। तो इस मामले में जब बात नहीं करना है, फिर इस वजह से वो डिप्लोमेट को हम लोग ने एक्सपेल कर दिया। ਅੱਜ ਕੈਨੇਡਾ ਅਤੇ ਭਾਰਤ ਦੇ ਸੰਬੰਧਾਂ ਵਿੱਚ ਫਿਰ ਤੋਂ ਕੜਵਾਹਟ ਆ ਗਈ। ਦੋਹਾਂ ਦੇਸ਼ਾਂ ਨੇ ਇੱਕ ਦੂਸਰੇ ਦੇ 6-6 ਰਾਜਦੂਤਾਂ ਨੂੰ ਆਪਣੇ ਆਪਣੇ ਦੇਸ਼ ਵਿੱਚੋਂ ਨਿਕਲ ਜਾਣ ਲਈ ਕਹਿ ਦਿੱਤਾ ਹੈ। ਇਸ ਸੰਬੰਧ ਵਿੱਚ ਅੱਜ ਆਰਸੀਐਮਪੀ ਦੇ ਅਫਸਰਾਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਭਾਰਤ ਦੇ ਏਜੰਟਸ ਵੱਲੋਂ ਇਕੱਠੀ ਕੀਤੀ ਜਾਂਦੀ ਜਾਣਕਾਰੀ ਨੂੰ ਕੈਨੇਡਾ ਵਿੱਚ ਦੱਖਣ ਏਸ਼ੀਆਈ ਡਾਇਸਪੋਰਾ ਨੂੰ ਨਿਸ਼ਾਨਾ ਬਣਾਉਣ ਵਾਲੀ ਦੱਸਿਆ ਹੈ। ਕੈਨੇਡਾ ਭਰ ਵਿੱਚ ਘੱਟੋ ਘੱਟ 1 ਦਰਜਨ ਵਿਅਕਤੀਆਂ ਨੂੰ ਭਾਰਤ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ, ਖਾਸ ਤੌਰ ਤੇ ਉਹ ਜੋ ਖਾਲਿਸਤਾਨ ਪੱਖੀ ਅੰਦੋਲਨ ਵਿੱਚ ਸ਼ਾਮਲ ਹੁੰਦੇ ਸਨ। Investigations have revealed that Indian diplomats and consular officials based in Canada leveraged their official position to engage in clandestine activities, such as collecting information for the government of India, either directly or through their agents, and other individuals who acted voluntarily or through coercion. The government of Canada has done what India has long been asking for. Canada has provided credible, irrefutable evidence of ties between agents of the government of India and a murder of a Canadian citizen on Canadian soil. Now it is time for India to live up to what it said it would do and look into those allegations. ਪਿਛਲੇ ਸਾਲ ਸਰੀ ਵਿੱਚ ਕਤਲ ਕੀਤੇ ਗਏ ਖਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਪਿੱਛੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਖੁਫੀਆ ਏਜੰਸੀਆਂ ਦੇ ਹੱਥ ਹੋਣ ਦੀ ਗੱਲ ਆਖੀ ਸੀ, ਜਿਸ ਵਿੱਚ ਜਾਂਚ ਕਰਦੇ ਸਮੇਂ 4 ਭਾਰਤੀ ਨਾਗਰਿਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਪਰ ਤਾਜ਼ਾ ਮਾਮਲੇ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਨੂੰ ਇਸ ਕੇਸ ਵਿੱਚ ਪਰਸਨ ਆਫ ਇੰਟਰਸਟ ਦੱਸਿਆ ਜਾ ਰਿਹਾ ਹੈ ਅਤੇ ਪੁੱਛਗਿੱਛ ਲਈ ਭਾਰਤ ਸਰਕਾਰ ਤੋਂ ਸਹਿਯੋਗ ਮੰਗਿਆ ਸੀ। ਪਰ ਭਾਰਤ ਨੇ ਕੈਨੇਡੀਅਨ ਦਾਅਵਿਆਂ ਨੂੰ ਰੱਦ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਪਰ ਹੀ ਵੋਟ ਬੈਂਕ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ ਅਤੇ ਦਿੱਲੀ ਵਿੱਚ ਕੈਨੇਡੀਅਨ ਰਾਜਦੂਤ ਨੂੰ ਤਲਬ ਕੀਤਾ ਗਿਆ ਸੀ। ਪਰ ਲਿਬਰਲ ਐਮਪੀ ਪੌਲ ਚਿੰਗ ਨੇ ਅੱਜ ਸਪਸ਼ਟ ਕੀਤਾ ਹੈ ਕਿ ਇਹ ਜਾਂਚ ਸਿਰਫ ਨਿੱਜਰ ਦੇ ਕਤਲ ਤੱਕ ਹੀ ਸੀमित नहीं बल्कि होर आपराधिक घटनावां नाल भी जुड़ती है। अभी जो आज जो आरसीएपी ने प्रेस कॉन्फ्रेंस किया और उसमें प्रेस कॉन्फ्रेंस में निजार का नाम लिया नहीं बिल्कुल। तो ये जो इन्वेस्टिगेशन चल रहा है ना, मुख्तलिफ इन्वेस्टिगेशन बात चल रही है, तो हम इस मामले में मतलब जो निजार का बात इसमें है ही नहीं। ਆਰਸੀਐਮਪੀ ਦੇ ਅਫਸਰਾਂ ਨੇ ਇਨ੍ਹਾਂ ਘਟਨਾਵਾਂ ਪਿੱਛੇ ਭਾਰਤੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ, ਜੋ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ, ਉਸ ਦੇ ਕੈਨੇਡਾ ਵਿੱਚ ਗੁਰਗਿਆਂ ਦੇ ਸ਼ਾਮਿਲ ਹੋਣ ਦੀ ਵੀ ਗੱਲ ਆਖੀ ਹੈ, ਜੋ ਕੈਨੇਡਾ ਵਿੱਚ ਫਰੌਤੀਆਂ ਅਤੇ ਡਰਾਉਣ ਧਮਕਾਉਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। In regards to homicide, there's approximately 8 individuals that have been arrested and charged. In relation to homicides, in relation to extortions, there's at least 22 individuals that have been arrested and charged. Some of these have connections to the government of India. ਹਾਲਾਂਕਿ ਪਿਛਲੇ ਸਾਲ ਵੀ ਜਦੋਂ ਕੈਨੇਡਾ ਅਤੇ ਭਾਰਤ ਦਰਮਿਆਨ ਨਿੱਜਰ ਦੇ ਕਤਲ ਕੇਸ ਨੂੰ ਲੈ ਕੇ ਕੈਨੇਡਾ ਨੇ ਭਾਰਤ ਤੋਂ ਸਹਿਯੋਗ ਮੰਗਿਆ ਸੀ, ਤਾਂ ਉਸ ਸਮੇਂ ਵੀ ਦੋਹਾਂ ਦੇਸ਼ਾਂ ਵਿਚਕਾਰ ਤਲਖੀ ਪੈਦਾ ਹੋ ਗਈ ਸੀ ਅਤੇ ਭਾਰਤ ਨੇ ਕੈਨੇਡੀਅਨ ਲੋਕਾਂ ਵਾਸਤੇ 2 ਮਹੀਨੇ ਤੱਕ ਆਪਣੇ ਵੀਜ਼ੇ ਬੰਦ ਰੱਖੇ ਸਨ। ਓਮਨੀ ਨਿਊਜ਼ ਦੇ ਲਈ ਜਸਪ੍ਰੀਤ ਪੰਦੇਰ ਦੀ ਰਿਪੋਰਟ।